दोस्तों हाजिर है एक होर वीडियो रिपोर्ट लैके चैनल रितेश लखी अनप्लग दी। मेरी अज की वीडियो रिपोर्ट सतलुज यमुना लिंक नहर उत्ते मेरी सीरीज का पार्ट 3 है। दो भाग मैं पहला थोड़े सामने रख चुका हाँ। एक तीसरी रिपोर्ट आप सरसरी पंजाब दे विच सियासी पार्टियां वालों हो रही नूरा कुश्ती उत्ते बनाई सी, लेकिन पार्ट 3 ते पार्ट 4 ये दो भाग मैं बैक टू बैक थोड़े सामने पेश करांगा ते बड़े ही महत्वपूर्ण पार्ट है ने, खास करके पार्ट 3 ते पार्ट 4। अगला 4 ज्यादा महत्वपूर्ण है, लेकिन अज मैं गल करांगा साल 1982 तो लैके 1990 यानी कि वह 8-8.5 साल का समा वक्फा जिस दौरान इंदिरा गांधी के 8 अप्रैल 1982 ਨੂੰ कपूरी विखे ਜਿਹੜਾ ਟੱਕ ਉਹਨਾਂ ਵੱਲੋਂ ਲਾਇਆ ਜਾਂਦਾ ਹੈ, ਜਿਸ ਤੋਂ ਬਾਅਦ ਐਸਵਾਈਐਲ ਦਾ ਨਿਰਮਾਣ ਜੰਗੀ ਪੱਧਰ ਤੇ ਸ਼ੁਰੂ ਹੋ ਜਾਂਦਾ ਹੈ। ਉਸ ਨਿਰਮਾਣ ਨੂੰ ਰੋਕਣ ਲਈ ਕੀ ਢੰਗ ਤਰੀਕੇ ਖਾੜਕੂ ਜਥੇਬੰਦੀਆਂ ਵੱਲੋਂ ਅਪਣਾਏ ਗਏ, ਇਸ ਦਾ ਇੱਕ ਇਤਿਹਾਸ ਹੈ। ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਸਿੱਧੂ ਮੂਸੇਵਾਲਾ ਦਾ ਇੱਕ ਗੀਤ ਆਇਆ ਸੀ ਐਸਵਾਈਐਲ, ਜਿਸ ਗੀਤ ਵਿੱਚ ਬਲਵਿੰਦਰ ਸਿੰਘ ਜਟਾਣਾ ਜੋ ਕਿ ਬੱਬਰ ਖਾਲਸਾ ਦਾ ਮਾਲਵੇ ਇਲਾਕੇ ਦਾ ਏਰੀਆ ਕਮਾਂਡਰ ਦੱਸਿਆ ਜਾਂਦਾ ਸੀ, ਇੱਕ ਪੁਲਿਸ ਮੁਕਾਬਲੇ ਦੇ ਵਿੱਚ 1991 ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੀ ਮੌਤ ਹੋ ਗਈ ਸੀ। ਬਹੁਤ ਸੇ ਐਸੇ ਹੋਰ ਖਾੜਕੂ ਜਥੇਬੰਦੀਆਂ ਦੇ ਕਾਰਕੁਨ ਸਨ ਜਿਨ੍ਹਾਂ ਨੇ ਬਲਵਿੰਦਰ ਸਿੰਘ ਜਟਾਣਾ ਤੋਂ ਪਹਿਲਾਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਨੂੰ ਰੋਕਣ ਲਈ ਪੂਰਾ ਜ਼ੋਰ ਲਾਇਆ। ਸੋ ਮਚ ਸੋ ਕਿ ਭਾਖੜਾ ਨਹਿਰ ਨੂੰ 2 ਵਾਰ ਤੋੜਿਆ ਗਿਆ ਤੇ ਦੋਵੇਂ ਵਾਰ ਜਦੋਂ ਭਾਖੜਾ ਨਹਿਰ ਨੂੰ ਤੋੜਿਆ ਗਿਆ ਇਸ ਚੀਜ਼ ਦਾ ਪਤਾ ਕਿਸੇ ਨੂੰ ਨਹੀਂ ਲੱਗਿਆ। ਇਹ ਅਜਿਹੀ ਕਹਾਣੀ ਹੈ, ਅਜਿਹੇ ਫੈਕਟਸ ਹੈਗੇ ਨੇ ਜੋ ਕਿ ਪਬਲਿਕ ਡੋਮੇਨ ਦੇ ਵਿੱਚ ਬਹੁਤ ਘੱਟ ਆਏ। ਖਾੜਕੂ ਜਥੇਬੰਦੀਆਂ ਦੇ ਆਪਣੇ ਲੈਵਲ ਉੱਤੇ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਅਪਰਾਧਿਕ ਮੁਕੱਦਮਿਆਂ ਦੀ ਸ਼ਕਲ ਦੇ ਵਿੱਚ ਇਹ ਕੇਸ ਅੱਜ ਵੀ ਮੌਜੂਦ ਨੇ, ਲੇਕਿਨ ਸਾਡੀ ਪੀੜ੍ਹੀ ਦਾ, ਸਾਡੇ ਯੁਵਾਵਾਂ ਦਾ ਤੇ ਸਾਡੇ ਈਵਨ ਰਾਜਨੇਤਾਵਾਂ ਦਾ ਦੁਖਾਂਤ ਹੈ ਕਿ ਜਦ ਤੱਕ ਕਿਸੇ ਵਿਅਕਤੀ ਦਾ ਜ਼ਿਕਰ ਕਿਸੇ ਗੀਤ ਕਿਸੇ ਗਾਇਕ ਦੀ ਜ਼ੁਬਾਨੀ ਉਹ ਸੁਣ ਨਾ ਲੈਣ ਤਦ ਤੱਕ ਉਹਨਾਂ ਨੂੰ ਲੋੜ ਮਹਿਸੂਸ ਨਹੀਂ ਹੁੰਦੀ ਕਿ ਮਿਊਜ਼ੀਅਮ ਦੇ ਵਿੱਚ ਤਸਵੀਰਾਂ ਜਿਹੜੀਆਂ ਲਾਈਆਂ ਜਾਣ। ਜਿਵੇਂ ਕਿ ਪਿਛਲੇ ਸਾਲ ਸਿੱਧੂ ਮੂਸੇਵਾਲਾ ਦਾ ਗੀਤ ਆਂਦਾ ਹੈ, ਬਲਵਿੰਦਰ ਜਟਾਣਾ ਦਾ ਜ਼ਿਕਰ ਆਂਦਾ ਹੈ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਂਟਰਲ ਸਿੱਖ ਮਿਊਜ਼ੀਅਮ ਦਰਬਾਰ ਸਾਹਿਬ ਵਿਖੇ ਪੋਰਟਰੇਟ ਜਿਹੜਾ ਸੀ ਬਲਵਿੰਦਰ ਸਿੰਘ ਜਟਾਣੇ ਦਾ ਲਾਇਆ। ਲੇਕਿਨ ਬਲਵਿੰਦਰ ਸਿੰਘ ਜਟਾਣਾ ਇੱਕ ਪੱਖ ਹੈ ਇਸ ਪੂਰੀ ਦੀ ਪੂਰੀ ਮੂਵਮੈਂਟ ਦਾ। ਮੈਂ ਤਕਰੀਬਨ 8-8.5-9 ਸਾਲਾਂ ਦੇ ਸਮੇਂ ਦੀ ਗੱਲ ਕਰ ਰਿਹਾ, 1982 ਤੋਂ ਲੈ ਕੇ 1990 ਤੱਕ ਦਾ ਜਿਹੜਾ ਘਟਨਾਕ੍ਰਮ ਰਿਹਾ ਉਸ ਦਾ ਜ਼ਿਕਰ ਮੈਂ ਅੱਜ ਦੀ ਆਪਣੀ ਇਸ ਰਿਪੋਰਟ ਯਾਨੀ ਕਿ ਪਾਰਟ 3 ਵਿੱਚ ਕਰਾਂਗਾ। ਉਸ ਤੋਂ ਬਾਅਦ ਦੀ ਅਗਲੀ ਰਿਪੋਰਟ ਵੀ ਬੜੀ ਇੰਪੋਰਟੈਂਟ ਹੈ, ਲੇਕਿਨ ਅੱਜ ਦੀ ਰਿਪੋਰਟ ਡਾਇਰੈਕਟਲੀ ਕਨੈਕਟਡ ਹੈ ਐਸਵਾਈਐਲ ਦੇ ਬਲੱਡੀ ਸੀਕੁਅਲ ਦੇ ਨਾਲ। ਇੰਦਰਾ ਗਾਂਧੀ ਟੱਕ ਲਾ ਕੇ ਚਲੀ ਜਾਂਦੀ ਹੈ ਕਪੂਰੀ ਵਿਖੇ, ਜਿਸ ਤੋਂ ਬਾਅਦ ਨਿਰਮਾਣ ਕਾਰਜ ਸ਼ੁਰੂ ਹੋ ਜਾਂਦਾ ਹੈ, ਲੇਕਿਨ ਇਸ ਨਿਰਮਾਣ ਨੂੰ ਰੋਕਣ ਲਈ ਖਾੜਕੂ ਜਥੇਬੰਦੀਆਂ ਨੇ ਕੀ ਢੰਗ ਤਰੀਕੇ ਵਰਤੇ ਅੱਜ ਆਪਾਂ ਉਸ ਦਾ ਜ਼ਿਕਰ ਕਰਾਂਗੇ। 1982 ਤੋਂ ਲੈ ਕੇ 1984 ਦਾ ਦੌਰ ਪੰਜਾਬ ਲਈ ਇੱਕ ਬਹੁਤ ਹੀ ਟਰਮੋਇਲ ਭਰਿਆ ਦੌਰ ਰਿਹਾ, ਜਿਸ ਦੌਰਾਨ ਹਿੰਸਾ ਬਹੁਤ ਹੋਈ ਤੇ ਪੰਜਾਬ ਸਰਕਾਰ ਗਿਰ ਗਈ। ਉਹੀ ਦਰਬਾਰਾ ਸਿੰਘ ਜੋ ਕਿ ਐਸਵਾਈਐਲ ਉੱਤੇ ਸਮਝੌਤਾ ਕਰ ਗਏ, ਇੱਕ ਐਗਰੀਮੈਂਟ ਸਾਈਨ ਕਰ ਗਏ, ਪੰਜਾਬ ਦੇ ਹਿੱਤਾਂ ਦਾ ਘਾਣ ਕਰ ਗਏ, ਉਹਨਾਂ ਦੀ ਸਰਕਾਰ ਆਖਰਕਾਰ ਗਿਰ ਗਈ। ਆਪਾਂ ਜ਼ਿਕਰ ਕਰ ਚੁੱਕੇ ਹਾਂ ਢਿਲਵਾਂ ਬੱਸ ਕਾਂਡ ਦਾ, ਜਿਸ ਤੋਂ ਬਾਅਦ ਦਰਬਾਰਾ ਸਿੰਘ ਦੀ ਸਰਕਾਰ ਨੂੰ ਇੰਦਰਾ ਗਾਂਧੀ ਨੇ ਯਾਨੀ ਕਿ ਕਾਂਗਰਸ ਦੀ ਕੇਂਦਰ ਦੀ ਸਰਕਾਰ ਨੇ ਹੀ ਪੰਜਾਬ ਦੀ ਕਾਂਗਰਸ ਦੀ ਸਰਕਾਰ ਨੂੰ ਭੰਗ ਕਰਤਾ, ਜਿਸ ਤੋਂ ਬਾਅਦ ਪੰਜਾਬ ਪ੍ਰੈਜ਼ੀਡੈਂਟ ਰੂਲ ਦੇ ਅੰਡਰ ਆ ਗਿਆ। ਇਸੇ ਦੌਰ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਦਾ ਆਪਰੇਸ਼ਨ ਹੋਇਆ, ਮਿਲਟਰੀ ਹਮਲਾ ਜੋ ਕਿ ਦਰਬਾਰ ਸਾਹਿਬ ਉੱਤੇ ਕੀਤਾ ਜਾਂਦਾ ਹੈ ਇੱਕ ਆਪਰੇਸ਼ਨ ਦੀ ਸ਼ਕਲ ਦੇ ਵਿੱਚ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਹਨਾਂ ਦੇ ਸਮਰਥਕਾਂ ਨੂੰ ਦਰਬਾਰ ਸਾਹਿਬ ਦੇ ਕੰਪਾਊਂਡ ਚੋਂ ਬਾਹਰ ਕੱਢਣ ਦੇ ਨਾਂ ਉੱਤੇ ਇੱਕ ਬਹੁਤ ਵੱਡਾ ਫੌਜੀ ਹਮਲਾ, ਲੇਕਿਨ ਇਸ ਦਾ ਜਿਹੜਾ ਇੰਪੈਕਟ ਸੀ ਉਹ ਕਾਫੀ ਜ਼ਿਆਦਾ ਮਹਿਸੂਸ ਹੋਇਆ। ਤੇ ਇਸੇ ਪੂਰੇ ਦੌਰ ਦੇ ਵਿੱਚ ਇੱਕ ਵਾਰ ਫਿਰ ਐਸਵਾਈਐਲ ਨਹਿਰ ਦੇ ਨਿਰਮਾਣ ਨੂੰ ਰੋਕਣ ਦੇ ਸੰਦਰਭ ਦੇ ਵਿੱਚ ਇੱਕ ਕਿਰਦਾਰ ਪਿਕਚਰ ਵਿੱਚ ਆਉਂਦਾ ਜਿਸ ਦਾ ਨਾਂ ਹੁੰਦਾ ਹੈ ਦਲਜੀਤ ਸਿੰਘ ਦੱਲੀ। ਹੁਣ ਮੈਂ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਥੋੜੀ ਦੇਰ ਬਾਅਦ ਚ ਕਰਾਂਗਾ, ਪਹਿਲਾਂ ਆਪਾਂ ਦਲਜੀਤ ਸਿੰਘ ਦੱਲੀ ਦੀ ਗੱਲ ਕਰਾਂਗੇ ਜੋ ਕਿ ਬਾਅਦ ਦੇ ਵਿੱਚ ਜਾ ਕੇ ਬੱਬਰ ਖਾਲਸਾ ਦਾ ਡਿਪਟੀ ਕਮਾਂਡਰ ਬਣਿਆ ਮਾਲਵਾ ਜ਼ੋਨ ਦਾ, ਯਾਨੀ ਕਿ ਡਿਪਟੀ ਕਮਾਂਡਰ ਅੰਡਰ ਬਲਵਿੰਦਰ ਸਿੰਘ ਜਟਾਣਾ। ਹੁਣ ਦਲਜੀਤ ਸਿੰਘ ਦੱਲੀ ਇੱਕ ਸੀਨੀਅਰ ਸੀ, ਇੱਕ ਆਈਡੀਓਲੋਗ ਵੀ ਸੀ। 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਵੇਂ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਨਾ ਕੁਝ ਕਰਨ ਦਾ ਇਰਾਦਾ ਸੀ, ਪੰਜਾਬ ਦੇ ਵਿੱਚ ਕਈ ਮਹੀਨੇ ਤੱਕ ਕਰਫਿਊ ਲੱਗਾ ਰਿਹਾ। ਉਸ ਦੌਰ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਰੋਪੜ ਦੇ ਇਲਾਕੇ ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦਾ ਜਿਹੜਾ ਨਿਰਮਾਣ ਕਾਰਜ ਚੱਲਦਾ ਪਿਆ ਸੀ ਉਸ ਨੂੰ ਰੋਕਣ ਦੇ ਮੰਤਵ ਨਾਲ ਤੇ 1984 ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਰਿਐਕਸ਼ਨ ਵਜੋਂ ਕੋਸ਼ਿਸ਼ ਕੀਤੀ ਭਾਖੜਾ ਮੇਨ ਲਾਈਨ ਯਾਨੀ ਕਿ ਭਾਖੜਾ ਨਹਿਰ ਜੋ ਕਿ ਆਲਰੇਡੀ ਚੱਲਦੀ ਪਈ ਸੀ, ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਲਿਜਾ ਰਹੀ ਸੀ, ਉਸ ਨੂੰ ਤੋੜਨ ਦੀ, ਉਸ ਵਿੱਚ ਪਾੜ ਪਾਉਣ ਦੀ, ਤੇ ਉਸ ਵਿੱਚ ਇਹ ਲੋਕ ਸਫਲ ਹੁੰਦੇ ਨੇ। ਹੁਣ ਹੁੰਦਾ ਹੈ ਕਿ 11 ਲੋਕ ਮਿਲਦੇ ਨੇ। ਦਲਜੀਤ ਸਿੰਘ ਦੱਲੀ ਜੋ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਪਥਰੇੜੀ ਚੱਟਾਂ ਦਾ ਰਹਿਣ ਵਾਲਾ ਸੀ, ਇਸ ਦਾ ਭਰਾ ਗੁਰਦੀਪ ਦੀਪਾ, ਨਿਰਮਲ ਨਿੰਮਾ ਤੇ ਕੁਝ ਹੋਰ ਇਸ ਦੇ ਸਾਥੀ, ਜਿਨ੍ਹਾਂ ਵਿੱਚੋਂ ਇੱਕ ਹੋਰ ਸ਼ਖਸ ਸੀ ਜਿਸ ਦਾ ਨਾਂ ਸੀ ਸੁਰਜੀਤ ਸਿੰਘ ਚੀਮਾ। ਕੁੱਲ ਮਿਲਾ ਕੇ 11 ਜਿਹੇ ਲੋਕ ਸਨ ਜੋ ਕਿ ਪਲੈਨਿੰਗ ਕਰਦੇ ਨੇ ਤੇ ਭਾਖੜਾ ਮੇਨ ਲਾਈਨ ਨੂੰ ਪੰਚਰ ਕਰਦੇ ਨੇ ਪਿੰਡ ਪਿਉਰਾ ਦੇ ਨੇੜਿਓਂ। ਐਸਵਾਈਐਲ ਨਹਿਰ ਦੇ ਨਿਰਮਾਣ ਦੇ ਵਿਰੋਧ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਪੁਆਇੰਟ ਸੀ, ਕਿਉਂਕਿ ਪਹਿਲਾ ਮੌਕਾ ਸੀ ਜਦੋਂ ਕਿ ਐਸਵਾਈਐਲ ਦਾ ਨਿਰਮਾਣ ਰੋਕਣ ਲਈ ਭਾਖੜਾ
ਮੇਨ ਲਾਈਨ ਨੂੰ ਪੰਚਰ ਕੀਤਾ ਗਿਆ, ਉਸ ਨੂੰ ਤੋੜਿਆ ਗਿਆ। ਪਹਿਲਾ ਸਾਬੋਟਾਜ ਐਕਟ ਜਿਹੜਾ ਸੀ ਉਹ ਦਲਜੀਤ ਸਿੰਘ ਦਲੀ ਤੇ ਉਸ ਦੇ 10 ਹੋਰ ਸਮਰਥਕਾਂ ਵੱਲੋਂ, ਜੋ ਕਿ ਉਸ ਵਕਤ ਫਾਰਮਲ ਰਸਮੀ ਪੱਧਰ ਤੇ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਹੋਏ ਸਨ, ਆਪਰੇਸ਼ਨ ਬਲੂ ਸਟਾਰ ਦੇ ਰਿਐਕਸ਼ਨ ਵਜੋਂ ਤੇ ਐਸਵਾਈਐਲ ਦੇ ਵਿਰੋਧ ਵਜੋਂ ਹੀ ਇਹ ਕਾਰਵਾਈ ਉਹਨਾਂ ਵੱਲੋਂ ਪਿੰਡ ਪਿਉਰਾ ਵਿਖੇ ਅੰਜਾਮ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਕਿਸਾਨ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਹ ਸਮਾਂ ਸੀ ਕਿਸਾਨ ਯੂਨੀਅਨਾਂ ਨੇ ਪੇੜ ਵਗੈਰਾ ਕੱਟ ਕੇ ਸੜਕਾਂ ਤੇ ਸਿੱਟ ਤੇ, ਜਿਸ ਤੋਂ ਬਾਅਦ ਇਹਨਾਂ ਦਾ ਪੂਰਾ ਪਿੰਡ, ਕਿਉਂਕਿ ਪਥਰੇੜੀ ਜੱਟਾਂ ਪਿੰਡ ਸੀ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਚੱਕ ਲਿਆ ਗਿਆ ਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਤਾ ਗਿਆ। ਇਹ ਉਸ ਵਕਤ ਆਮ ਹੋ ਰਿਹਾ ਸੀ ਪੰਜਾਬ ਦੇ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਈ ਪਿੰਡਾਂ ਦੇ ਸੈਂਕੜਾਂ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਪ੍ਰੀਵੈਂਟਿਵ ਕਸਟਡੀ ਜਾਂ ਪ੍ਰੀਕਾਸ਼ਨਰੀ ਹਿਰਾਸਤ ਦੇ ਵਿੱਚ ਰੱਖਿਆ ਜਾ ਰਿਹਾ ਸੀ। ਤਾਂ ਉਸੇ ਲੜੀ ਦੇ ਤਹਿਤ ਉਸ ਤੋਂ ਬਾਅਦ ਉਸ ਜਿਹੜਾ ਪਾੜ ਪਾਇਆ ਜਾਂ ਜਿਹਨੂੰ ਕਹਿੰਦੇ ਕਿ ਬ੍ਰੀਚ ਕੀਤਾ ਗਿਆ ਭਾਖੜਾ ਨਹਿਰ ਨੂੰ, ਉਸ ਨੂੰ ਦੁਰਸਤ ਕਰ ਲਿਆ ਗਿਆ। ਹੁਣ ਦੂਸਰੀ ਵਾਰ ਜਦੋਂ ਭਾਖੜਾ ਨਹਿਰ ਨੂੰ ਬ੍ਰੀਚ ਕੀਤਾ ਜਾਂਦਾ, ਉਸ ਨੂੰ ਤੋੜਿਆ ਜਾਂਦਾ, ਉਸ ਵਕਤ ਦਲਜੀਤ ਸਿੰਘ ਦਲੀ ਪਟਿਆਲਾ ਜੇਲ੍ਹ ਵਿੱਚ ਆਪਣੇ ਸਾਥੀਆਂ ਨਾਲ ਹੁੰਦਾ ਹੈ। ਬਾਹਰ ਉਸਦੇ ਜਿਹੜੇ ਹੋਰ ਸਾਥੀ ਹੁੰਦੇ ਨੇ, ਤਕਰੀਬਨ 5 ਤੋਂ 6 ਉਸਦੇ ਹੋਰ ਸਾਥੀ ਦੱਸੇ ਜਾਂਦੇ ਨੇ, ਉਹਨਾਂ ਦੀ ਮਦਦ ਦੇ ਨਾਲ ਪਿੰਡ ਦੁਗਰੀ ਦੱਸਿਆ ਜਾਂਦਾ ਹੈ, ਰੋਪੜ ਜ਼ਿਲ੍ਹੇ ਦਾ ਹੀ, ਤੇ ਦੁੱਧਕੀ ਜਿਹੜੀ ਨਦੀ ਸੀ ਉਸ ਦੇ ਨੇੜੇ ਭਾਖੜਾ ਮੇਨ ਲਾਈਨ ਦੇ ਉੱਤੇ ਇਹਨਾਂ ਲੋਕਾਂ ਨੇ ਪੰਚਰ ਕੀਤਾ ਤੇ ਨਹਿਰ ਨੂੰ ਤੋੜਨ ਦੇ ਵਿੱਚ ਇੱਕ ਵਾਰ ਫੇਰ ਇਹ ਕਾਮਯਾਬ ਰਹੇ। ਇਸ ਪੂਰੀ ਦੀ ਪੂਰੀ ਵਾਰਦਾਤ ਤੇ ਸਾਬੋਟਾਜ ਦੀ ਐਕਟੀਵਿਟੀ ਦਾ ਮਕਸਦ ਵੀ ਐਸਵਾਈਐਲ ਨਹਿਰ ਦਾ ਵਿਰੋਧ ਕਰਨਾ ਸੀ। ਭਾਖੜਾ ਨਹਿਰ ਦੇ 2 ਬ੍ਰੀਚ ਦੀਆਂ ਘਟਨਾਵਾਂ ਜੋ ਕਿ ਅਥਾਰਟੀਜ਼ ਦੇ ਨੋਟਿਸ ਵਿੱਚ ਨਹੀਂ ਆ ਪਾਈਆਂ, ਕੁਝ ਮਹੀਨੇ ਬੀਤਣ ਤੋਂ ਬਾਅਦ ਸੁਰਜੀਤ ਸਿੰਘ ਚੀਮਾ ਨਾਂ ਦਾ ਇੱਕ ਵਿਅਕਤੀ ਜੋ ਕਿ ਪਹਿਲੀ ਬ੍ਰੀਚ ਦੀ ਵਾਰਦਾਤ ਦੇ ਵਿੱਚ ਸ਼ਾਮਲ ਸੀ, ਉਹਨਾਂ 11 ਲੋਕਾਂ ਦੇ ਵਿੱਚ ਦਲਜੀਤ ਸਿੰਘ ਦਲੀ ਦੀ ਟੀਮ ਦਾ ਹਿੱਸਾ ਸੀ, ਉਸ ਦੀ ਗ੍ਰਿਫਤਾਰੀ ਕਿਸੇ ਹੋਰ ਕੇਸ ਦੇ ਵਿੱਚ ਹੁੰਦੀ ਹੈ। ਇੱਕ ਹਥਿਆਰਾਂ ਨੂੰ ਰੱਖਣ ਦਾ ਕੇਸ ਹੁੰਦਾ ਹੈ। ਸੁਰਜੀਤ ਸਿੰਘ ਚੀਮਾ ਤੋਂ ਜਦੋਂ ਸਖਤੀ ਕੀਤੀ ਜਾਂਦੀ ਹੈ, ਪੁੱਛਗਿੱਛ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਅਥਾਰਟੀਜ਼ ਨੂੰ ਸਮਝ ਵਿੱਚ ਆਉਂਦਾ ਹੈ ਜਿਹੜੇ 2 ਬੈਕ ਟੂ ਬੈਕ ਭਾਖੜਾ ਨਹਿਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਸ ਦੇ ਵਿੱਚ ਬ੍ਰੀਚ ਕੀਤੇ ਗਏ, ਉਸ ਦੇ ਪਿੱਛੇ ਇੱਕ ਅਪਰਾਧਿਕ ਸਾਜ਼ਿਸ਼ ਸੀ ਤੇ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਸੀ ਦਲਜੀਤ ਸਿੰਘ ਦਲੀ, ਪਥਰੇੜੀ ਜੱਟਾਂ ਪਿੰਡ ਦਾ ਰਹਿਣ ਵਾਲਾ। ਹੁਣ ਇਸ ਤੋਂ ਬਾਅਦ 1985 ਦਾ ਸਮਾਂ ਆ ਜਾਂਦਾ ਹੈ। 85 ਦੇ ਵਿੱਚ ਬਰਨਾਲਾ ਮਿਨਿਸਟਰੀ ਆ ਜਾਂਦੀ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੱਡੂ ਮਾਜਰਾ ਸਹਿਕਾਰਤਾ ਮੰਤਰੀ ਬਣ ਜਾਂਦੇ ਨੇ। ਇਹ ਦੱਸਿਆ ਜਾਂਦਾ ਹੈ ਕਿ ਉਸ ਵਕਤ ਬਲਵਿੰਦਰ ਸਿੰਘ ਜਟਾਣਾ ਪਿਕਚਰ ਵਿੱਚ ਆਉਂਦਾ ਹੈ। ਦਲਜੀਤ ਸਿੰਘ ਦਲੀ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ NSA ਨੈਸ਼ਨਲ ਸਿਕਿਉਰਿਟੀ ਐਕਟ ਲਾਤਾ ਗਿਆ ਹੁੰਦਾ ਹੈ। 1987 ਤੱਕ ਦਲਜੀਤ ਸਿੰਘ ਦਲੀ ਜੇਲ੍ਹ ਦੇ ਵਿੱਚ ਰਹੇ, ਲੇਕਿਨ ਜੇਲ੍ਹ ਦੇ ਵਿੱਚ ਦਲਜੀਤ ਸਿੰਘ ਦਲੀ ਦੀ ਮੁਲਾਕਾਤ ਹੁੰਦੀ ਹੈ ਚਰਨਜੀਤ ਚੰਨੇ ਦੇ ਨਾਲ, ਜੋ ਕਿ ਬੱਬਰ ਖਾਲਸਾ ਦਾ ਇੱਕ ਮੇਨ ਐਕਟਿਵਿਸਟ, ਮੇਨ ਖਾੜਕੂ ਬਾਅਦ ਦੇ ਵਿੱਚ ਬਣਿਆ। ਸੋ ਜੇਲ੍ਹ ਦੇ ਵਿੱਚ ਮੁਲਾਕਾਤ ਹੋਣ ਦੇ ਕਾਰਨ ਹੀ ਬਲਵਿੰਦਰ ਸਿੰਘ ਜਟਾਣਾ, ਜੋ ਕਿ ਇਸ ਸਮੇਂ ਤੱਕ ਜੇਲ੍ਹ ਦੇ ਵਿੱਚ ਨਹੀਂ ਆਇਆ ਹੁੰਦਾ, ਉਸਨੇ ਕੁਝ ਅਪਰਾਧਿਕ ਵਾਰਦਾਤਾਂ ਕੀਤੀਆਂ ਹੁੰਦੀਆਂ ਨੇ, ਉਹ ਇਨ ਟੱਚ ਹੁੰਦਾ ਹੈ ਦਲਜੀਤ ਸਿੰਘ ਦਲੀ ਦੇ। ਉਹਨਾਂ ਤੇ ਇੱਕ ਹੋਰ ਦਿਲਚਸਪ ਚੀਜ਼ ਜਿਹੜੀ ਕਿ ਦੱਸਣ ਲਾਇਕ ਹੈ ਉਹ ਇਹ ਹੈ ਕਿ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਚੰਨਾ ਜੋ ਕਿ 1991 ਦੇ ਵਿੱਚ ਐਨਕਾਊਂਟਰ ਦੇ ਵਿੱਚ ਮਾਰੇ ਜਾਂਦੇ ਹੈਗੇ ਨੇ, ਜੋ ਬੱਬਰ ਖਾਲਸਾ ਦਾ ਇੱਕ ਕਮਾਂਡਰ ਸੀ ਕਿ ਉਸ ਦੇ ਨਾਲ ਦਾ ਸਹਿ ਕਮਾਂਡਰ ਸੀ, ਇਹ ਦੋਹੇ ਵਿਅਕਤੀਆਂ ਨੂੰ ਬਰਨਾਲਾ ਗਵਰਨਮੈਂਟ ਦੇ ਦੌਰ ਦੇ ਵਿੱਚ ਨੌਕਰੀਆਂ, ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸੀ। ਇਹਨਾਂ ਨੂੰ ਸ਼ਾਇਦ ਸ਼ੂਗਰ ਮਿਲ ਵਗੈਰਾ ਦੇ ਵਿੱਚ ਨੌਕਰੀ ਦਿੱਤੀ ਗਈ, ਲੇਕਿਨ ਇਹਨਾਂ ਦਾ ਮਨ ਉੱਥੇ ਨਹੀਂ ਟਿਕਿਆ ਤੇ ਸੰਘਰਸ਼ ਕਹਿ ਲਈਏ ਜਾਂ ਖਾੜਕੂਵਾਦ ਦੀ ਜਿਹੜੀ ਲਹਿਰ ਸੀ ਉਸ ਦੇ ਵਿੱਚ ਇਹ ਇਨਵੋਲਵ ਹੁੰਦੇ ਚਲੇ ਗਏ। 1987 ਦੇ ਵਿੱਚ ਬਾਹਰ ਆ ਜਾਂਦਾ ਹੈ ਦਲਜੀਤ ਸਿੰਘ ਦਲੀ, ਕਿਉਂਕਿ ਉਸ ਦੀ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਹੁੰਦੀ ਹੈ। ਸੋ ਦਲਜੀਤ ਸਿੰਘ ਦਲੀ ਉਸ ਤੋਂ ਬਾਅਦ ਬਾਹਰ ਆਉਂਦਾ ਹੈ, ਲੇਕਿਨ ਉਸ ਨੂੰ ਫੇਰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦਲਜੀਤ ਸਿੰਘ ਦਲੀ ਭਗੌੜਾ ਹੋ ਜਾਂਦਾ ਹੈ। ਦੂਸਰੇ ਪਾਸੇ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਚੰਨਾ, ਬੱਬਰ ਖਾਲਸਾ ਦੀ ਜਿਹੜੀ ਜਥੇਬੰਦੀ ਦੇ ਵਿੱਚ ਇਹਨਾਂ ਦਾ ਜਿਹੜਾ ਰੈਂਕ ਐਂਡ ਪ੍ਰੋਫਾਈਲ ਵੱਧਦਾ ਹੈ। ਮਾਲਵੇ ਦਾ ਏਰੀਆ ਕਮਾਂਡਰ ਬਣਾਤਾ ਜਾਂਦਾ ਹੈ ਬਲਵਿੰਦਰ ਸਿੰਘ ਜਟਾਣੇ ਨੂੰ ਤੇ ਡਿਪਟੀ ਕਮਾਂਡਰ ਹੁੰਦਾ ਹੈ ਦਲਜੀਤ ਸਿੰਘ ਦਲੀ, ਜੋ ਕਿ ਇਸ ਵਕਤ ਤੱਕ ਭਗੌੜਾ ਹੋ ਚੁੱਕਾ ਹੁੰਦਾ ਹੈ। ਹੁਣ ਦਲਜੀਤ ਸਿੰਘ ਦਲੀ ਉਮਰ ਦੇ ਵਿੱਚ ਬਲਵਿੰਦਰ ਸਿੰਘ ਜਟਾਣੇ ਤੋਂ ਸੀਨੀਅਰ ਸੀ ਤੇ ਉਸ ਦੀਆਂ ਜਿਹੜੀਆਂ ਇਨਵੋਲਵਮੈਂਟ ਸਨ ਉਹ ਅਪਰਾਧਿਕ ਵਾਰਦਾਤਾਂ ਵਿੱਚ ਪਰਸੇ ਵਾਰਦਾਤਾਂ ਨੂੰ ਅੰਜਾਮ ਦੇਣ ਪੱਖੋਂ ਨਹੀਂ, ਬਲਕਿ ਲੌਜਿਸਟਿਕਲ ਸਪੋਰਟ, ਮੁੰਡਿਆਂ ਨੂੰ ਠਹਿਰਾਂ ਕਟਵਾਉਣਾ, ਜੇਲ੍ਹ ਦੇ ਵਿੱਚੋਂ ਜਿਹੜੀ ਵੀ ਮਦਦ ਉਸਨੇ 1984 ਤੋਂ ਲੈ ਕੇ 1987 ਦੇ ਵਿੱਚ ਬੱਬਰ ਖਾਲਸਾ ਦੇ ਕਾਰਕੁਨਾਂ ਨੂੰ ਜਾਂ ਐਕਟਿਵਿਸਟ ਨੂੰ, ਖਾੜਕੂਆਂ ਨੂੰ ਮੁਹੱਈਆ ਕਰਵਾਈ ਹੁੰਦੀ ਹੈ। ਉਸ ਤੋਂ ਬਾਅਦ ਵੀ ਉਸ ਦਾ ਜਿਹੜਾ ਜ਼ਿਆਦਾ ਦਿਮਾਗ ਚੱਲ ਰਿਹਾ ਹੁੰਦਾ ਹੈ ਉਹ ਘਟਨਾਵਾਂ ਨੂੰ ਮਾਸਟਰਮਾਈਂਡ ਕਰਨ ਦੇ ਪੱਖੋਂ ਚੱਲਦਾ ਪਿਆ ਹੁੰਦਾ ਹੈ। ਸੋ 1987 ਤੋਂ ਲੈ ਕੇ 1990 ਇਹ ਤਕਰੀਬਨ 3.5-4 ਸਾਲ ਦੇ ਵਕਫੇ ਦੌਰਾਨ ਇੱਕ ਪਾਸੇ ਖਾੜਕੂਆਂ ਦਾ ਆਪਣਾ ਸੰਘਰਸ਼ ਚੱਲਦਾ ਰਿਹਾ। ਪੰਜਾਬ ਦੇ ਵਿੱਚ ਅੱਤਵਾਦ ਨਾਲ ਜੁੜੀਆਂ ਹੋਈਆਂ ਤੇ ਖਾੜਕੂਵਾਦ ਦੇ ਨਾਲ ਜੁੜੀਆਂ ਹੋਈਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ, ਖਾਸ ਕਰਕੇ ਸਾਲ 1988 ਤੋਂ ਬਾਅਦ 1999, 1990, 1991 ਬਲੜੀ ਸਾਲ ਸੀ। ਮੈਂ ਪਹਿਲਾਂ ਜ਼ਿਕਰ ਆਪਣੀਆਂ ਰਿਪੋਰਟਾਂ ਵਿੱਚ ਕਰ ਚੁੱਕਾ ਹਾਂ। 1988 ਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਹੈ ਜਦੋਂ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੁੰਨੀ ਕਲਾਂ ਵਿਖੇ ਇੱਕ ਬੜਾ ਵੱਡਾ ਹਾਦਸਾ ਹੁੰਦਾ ਹੈ, ਟ੍ਰੈਜੇਡੀ ਹੁੰਦੀ ਹੈ, ਇੱਕ ਵਾਰਦਾਤ, ਇੱਕ ਗੰਭੀਰ ਸੰਗੀਨ ਅਪਰਾਧਿਕ ਵਾਰਦਾਤ ਜਿਸ ਵਿੱਚ 35 ਪ੍ਰਵਾਸੀ ਮਜ਼ਦੂਰ ਜੋ ਕਿ ਐਸਵਾਈਐਲ ਉੱਤੇ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਨੇ। ਇਸ ਘਟਨਾ ਬਾਰੇ ਕੋਈ ਕਲੈਰਿਟੀ ਨਹੀਂ ਹੈ ਕਿ ਕਿਸ ਜਥੇਬੰਦੀ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ। ਮਹਿਸੂਸ ਇਹ ਕੀਤਾ ਜਾ ਰਿਹਾ ਸੀ ਕਿ ਇਕੱਲੇ ਭਾਖੜਾ ਮੇਨ ਲਾਈਨ ਦੇ ਉੱਤੇ ਪਾੜ ਲਾ ਕੇ ਕੰਮ ਨਹੀਂ ਬਣਨਾ।
ਸੋ ਇਸ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਬਹੁਤ ਹੀ ਗਲਤ ਵਾਰਦਾਤ ਸੀ। 35 ਪ੍ਰਵਾਸੀ ਮਜ਼ਦੂਰਾਂ ਦਾ ਕਤਲ ਕਿਸੇ ਵੀ ਤਰੀਕੇ ਦੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਲੇਕਿਨ 2 ਸਾਲ ਬਾਅਦ 1990 23 ਜੁਲਾਈ 1990 ਜਦੋਂ ਚੰਡੀਗੜ੍ਹ ਦੇ ਸੈਕਟਰ 26 ਜਿੱਥੇ ਕਿ SYL ਦੇ ਦਫ਼ਤਰ ਵਿਖੇ ਇੰਜੀਨੀਅਰਾਂ ਦੀ ਬੈਠਕ ਚੱਲ ਰਹੀ ਹੁੰਦੀ ਹੈ, ਚੀਫ ਇੰਜੀਨੀਅਰ SYL MS ਸੇਖੜੀ ਅਤੇ ਅਵਤਾਰ ਸਿੰਘ ਔਲਖ ਜੋ ਕਿ ਸੁਪਰਿੰਟੈਂਡੈਂਟ ਇੰਜੀਨੀਅਰ ਹੁੰਦੇ ਨੇ ਇੱਥੇ ਬੈਠਕ ਕਰ ਰਹੇ ਹੁੰਦੇ ਨੇ, ਜਦੋਂ ਕਿ ਬਲਵਿੰਦਰ ਸਿੰਘ ਜਟਾਣਾ ਤੇ ਉਸ ਦੇ ਨਾਲ ਉਸ ਦਾ ਇੱਕ ਹੋਰ ਸਾਥੀ ਪਰਮਜੀਤ ਸਿੰਘ ਪਾਊਵਾਲ ਜੋ ਕਿ ਬੱਬਰ ਖਾਲਸਾ ਦਾ ਸੀ ਤੇ 2 ਹੋਰ ਲੋਕ ਵੜਦੇ ਨੇ। ਇਹਨਾਂ ਦੇ ਹੱਥਾਂ ਵਿੱਚ ਪਿਸਤੌਲਾਂ ਹੁੰਦੀਆਂ ਨੇ, ਸੈਲੈਂਸਰ ਵਾਲੀਆਂ ਪਿਸਤੌਲਾਂ ਦੇ ਨਾਲ ਇਹ ਉਸ ਦਫ਼ਤਰ ਦੇ ਪਹਿਲੇ ਜਾਂ ਸ਼ਾਇਦ ਦੂਸਰੀ ਮੰਜ਼ਿਲ ਤੇ ਜਾ ਕੇ ਕਤਲ ਕਰ ਦਿੰਦੇ ਨੇ ਸੇਖੜੀ ਅਤੇ ਅਵਤਾਰ ਸਿੰਘ ਔਲਖ ਨੂੰ। ਸਰਕਾਰ ਦੇ ਹੁਕਮ ਹੁੰਦੇ ਨੇ, ਸਰਕਾਰ ਦੀਆਂ ਨੀਤੀਆਂ ਦੇ ਤਹਿਤ ਇੰਜੀਨੀਅਰ ਕੰਮ ਕਰ ਰਹੇ ਸਨ, ਲੇਕਿਨ ਇੱਕ ਦਹਿਸ਼ਤਗਰਦੀ ਦੀ ਵਾਰਦਾਤ ਸੀ। ਬੇਸ਼ੱਕ ਇਸ ਦੇ ਪਿੱਛੇ ਇੱਕ ਕੌਜ਼ ਸੀ, ਇਸ ਦੇ ਪਿੱਛੇ ਇੱਕ ਸੰਘਰਸ਼ ਵੀ ਹੋ ਸਕਦਾ ਹੈ, ਲੇਕਿਨ ਅਜਿਹੇ ਇੰਜੀਨੀਅਰਸ ਨੂੰ ਨਿਸ਼ਾਨਾ ਬਣਾਉਣਾ ਕਿਸੇ ਵੀ ਹੱਦ ਤੱਕ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਨਾ ਉਸ ਵਕਤ ਠਹਿਰਾਇਆ ਜਾ ਸਕਦਾ ਸੀ, ਨਾ ਅੱਜ ਦੇ, ਨਾ ਹੀ ਭਵਿੱਖ ਦੇ ਵਿੱਚ। ਸਰਕਾਰਾਂ ਦੀਆਂ, ਪੋਲੀਟੀਸ਼ੀਅਨਸ ਦੀਆਂ ਜਿਹੜੀਆਂ ਗਲਤ ਨੀਤੀਆਂ ਕਹਿ ਲਈਏ, ਬਦਨੀਤੀਆਂ ਕਹਿ ਲਈਏ, ਚਾਹੇ ਉਹ ਪੰਜਾਬ ਦੇ ਨਾਲ ਵਧੀਕੀ ਦੇ ਪੱਖੋਂ ਹੋਵੇ ਜਾਂ ਫਿਰ ਇੰਦਰਾ ਗਾਂਧੀ ਦੀ ਜਿਹੜੀ ਮਨਮਾਨੀ ਲਗਾਤਾਰ ਚੱਲਦੀ ਰਹੀ, ਕਿਉਂਕਿ ਉਸ ਵਕਤ ਤੱਕ ਤਾਂ ਇੰਦਰਾ ਗਾਂਧੀ ਵੀ ਨਹੀਂ ਰਹੀ ਸੀ, ਲੇਕਿਨ SYL ਨਹਿਰ ਦਾ ਨਿਰਮਾਣ ਪੂਰਾ ਕਰਨ ਲਈ ਪੂਰਾ ਜ਼ੋਰ ਉਸ ਵਕਤ ਦੇ ਹੁਕਮਰਾਨਾਂ ਦਾ ਵੀ ਲੱਗਾ ਹੋਇਆ ਸੀ। ਸੋ ਫਾਈਨਲੀ 1990 23 ਜੁਲਾਈ 1990 ਨੂੰ ਜਦੋਂ ਕਤਲ ਕਰਤੇ ਜਾਂਦੇ ਨੇ ਸੀਕਰੀ ਅਤੇ ਅਵਤਾਰ ਸਿੰਘ ਔਲਖ, ਇਸ ਵਾਰਦਾਤ ਦੇ ਵਿੱਚ ਇੱਕ SK ਗੋਇਲ ਨਾਂ ਦੇ ਹੋਰ ਇੰਜੀਨੀਅਰ ਵੀ ਫੱਟੜ ਹੋਏ, ਇੱਕ ਅੱਧਾ ਹੋਰ EMPLOYE ਵੀ ਉਸ ਘਟਨਾ ਦੇ ਵਿੱਚ ਘਾਇਲ ਹੋਇਆ। ਇਸ ਘਟਨਾ ਤੋਂ ਬਾਅਦ SYL ਨਿਰਮਾਣ ਦਾ ਜਿਹੜਾ ਕੰਮ ਸੀ ਉਹ ਰੋਕਤਾ ਗਿਆ। ਇਸ ਤੋਂ ਬਾਅਦ SYL ਨਿਰਮਾਣ ਨੂੰ ਪੰਜਾਬ ਦੇ ਵਿੱਚ ਘੱਟੋ ਘੱਟ ਪੂਰਾ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਇੱਕ ਦਹਾਕਾ ਪਹਿਲਾਂ ਹੀ ਹਰਿਆਣਾ ਦੇ ਵਿੱਚ SYL ਦਾ ਉਸਦਾ 90 ਕਿਲੋਮੀਟਰ ਦਾ ਜਿਹੜਾ ਸਟ੍ਰੈਚ ਜਾਂ ਪੋਰਸ਼ਨ ਸੀ ਉਹ ਬਣ ਕੇ ਤਿਆਰ ਹੋ ਚੁੱਕਾ ਸੀ। ਸੋ 8 ਅਪ੍ਰੈਲ 1982 ਇੰਦਰਾ ਗਾਂਧੀ ਦੇ ਕਪੂਰੀ ਉੱਤੇ SYL ਨਹਿਰ ਦੇ ਟੱਕ ਲਾਉਣ ਤੋਂ ਲੈ ਕੇ 23 ਜੁਲਾਈ 1990 ਤੱਕ ਦਾ ਸੰਘਰਸ਼ ਪੰਜਾਬ ਦੇ ਵਿੱਚ SYL ਦਾ ਨਿਰਮਾਣ ਰੋਕਣ ਦਾ ਸੰਘਰਸ਼ ਸੀ। ਇਸ ਦੇ ਵਿੱਚ ਖਾੜਕੂ ਜਥੇਬੰਦੀਆਂ ਆਈਆਂ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਜਾਂ ਗਵਰਨਰਸ ਰਾਜ ਸੀ। ਪੋਲੀਟੀਕਲ ਲੀਡਰਸ਼ਿਪ ਆਪਣੀ ਜ਼ਿੰਮੇਵਾਰੀਆਂ ਜਾਂ ਕਹਿ ਲਈ, ਕਿਉਂਕਿ ਸਰਕਾਰ ਤਾਂ ਪੰਜਾਬ ਦੇ ਵਿੱਚ ਬਹੁਤ ਸੇ ਸਾਲ ਨਹੀਂ ਸੀ ਤੇ ਜਿਹੜੇ 1.5-2 ਸਾਲ ਦਾ ਸਮਾਂ ਬਰਨਾਲਾ ਸਰਕਾਰ ਨੂੰ ਮਿਲਿਆ, ਉਸ ਵਕਤ ਵੀ ਸੁਪਰੀਮ ਕੋਰਟ ਦੇ ਵਿੱਚ ਕੋਈ ਚੁਣੌਤੀ SYL ਦੇ ਉਸ ਮੁਕੱਦਮੇ ਦੇ ਪੱਖੋਂ ਨਹੀਂ ਦਿੱਤੀ ਗਈ ਜਾਂ ਉਸ ਸੂਟ ਨੂੰ ਵਾਪਸ ਨਹੀਂ ਬਹਾਲ ਕੀਤਾ ਗਿਆ ਜੋ ਕਿ ਇੰਦਰਾ ਗਾਂਧੀ ਦੇ ਦਬਾਅ ਹੇਠ ਦਰਬਾਰਾ ਸਿੰਘ ਨੇ ਵਾਪਸ ਲਿਆ ਸੀ। ਜੁਲਾਈ 1990 ਤੱਕ ਜਾ ਕੇ SYL ਦਾ ਨਿਰਮਾਣ ਤਾਂ ਰੁਕ ਚੁੱਕਾ ਸੀ, ਲੇਕਿਨ 1990 ਤੋਂ ਬਾਅਦ ਦਲਜੀਤ ਸਿੰਘ ਦਲੀ ਦਾ ਕੀ ਹੋਇਆ? ਬਲਵਿੰਦਰ ਸਿੰਘ ਜਟਾਣੇ ਦੇ ਬਾਰੇ ਸਾਰੇ ਜਾਣਦੇ ਨੇ ਕਿ ਜਟਾਣਾ ਤੇ ਚੰਨਾ ਦਾ ਐਨਕਾਊਂਟਰ ਅਗਲੇ ਸਾਲ ਕਰਤਾ ਗਿਆ। ਸੁਮੇਧ ਸਿੰਘ ਸੈਣੀ ਉੱਤੇ ਜਿਹੜਾ ਬੰਬ ਲਾਇਆ ਗਿਆ ਸੀ ਉਸ ਦੇ ਰਿਐਕਸ਼ਨ ਵਜੋਂ ਇਹ ਦੋਹਾਂ ਨੂੰ ਮਾਰਿਆ ਗਿਆ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਕਿੰਨੀ ਵੱਡੀ ਵਧੀਕੀ ਨਿਹੰਗ ਅਜੀਤ ਸਿੰਘ ਪੂਲੇ ਨੇ ਕੀਤੀ, ਇਸ ਬਾਰੇ ਪਹਿਲਾਂ ਚਰਚਾਵਾਂ ਹੋਈਆਂ ਨੇ। ਲੇਕਿਨ ਅਗਲੀ ਰਿਪੋਰਟ ਜਿਹੜੀ ਕਿ ਮੇਰੀ SYL ਦੇ ਉੱਤੇ ਆਧਾਰਿਤ ਰਿਪੋਰਟ 4 ਹੋਏਗੀ, ਹਾਲਾਂਕਿ SYL ਦੇ ਇੱਕ ਸੀਕੁਅਲ ਦੇ ਰੂਪ ਵਿੱਚ ਹੀ ਆਪਾਂ ਇਸ ਰਿਪੋਰਟ ਨੂੰ ਲਾਂਗੇ। ਦਲਜੀਤ ਸਿੰਘ ਦਲੀ ਅਤੇ ਬਲਵਿੰਦਰ ਸਿੰਘ ਜਟਾਣੇ ਦਾ ਅੰਤ ਕਿਵੇਂ ਹੋਇਆ, ਉਸ ਦੇ ਪਿੱਛੇ ਕੀ ਸੰਸੇ ਰਹੇ, ਕੀ ਉਹ ਘਟਨਾ ਚੱਕਰ ਸੀ ਤੇ ਜਥੇਬੰਦੀਆਂ ਦੇ ਵਿੱਚ ਕਿਸ ਤਰੀਕੇ ਦੀਆਂ ਗਲਤਫਹਿਮੀਆਂ ਰਹੀਆਂ, ਉਹਨਾਂ ਨੂੰ ਕਿਵੇਂ ਕਲੈਰੀਫਾਈ ਕੀਤਾ ਗਿਆ, ਕਿਹੜੀਆਂ ਮੀਟਿੰਗਸ ਹੋਈਆਂ ਜਿਨ੍ਹਾਂ ਦੇ ਬਾਰੇ ਪਬਲਿਕ ਡੋਮੇਨ ਦੇ ਵਿੱਚ ਗੱਲਾਂ ਕਦੇ ਨਹੀਂ ਕੀਤੀਆਂ ਗਈਆਂ। ਇਹ ਸਾਰੀਆਂ ਗੱਲਾਂ ਬਾਤਾਂ ਅਗਲੀ ਰਿਪੋਰਟ ਵਿੱਚ ਯਾਨੀ ਕਿ ਪਾਰਟ 4 ਦੇ ਵਿੱਚ ਕਰਾਂਗੇ। ਬਹੁਤ ਇੰਪੋਰਟੈਂਟ ਰਿਪੋਰਟ ਹੈ, ਉਸ ਨੂੰ ਤੁਸੀਂ ਮਿਸ ਕਰਨਾ ਅਫੋਰਡ ਨਹੀਂ ਕਰ ਸਕਦੇ। ਦਲਜੀਤ ਸਿੰਘ ਦਲੀ ਡਿਪਟੀ ਕਮਾਂਡਰ ਫॉर ਬੱਬਰ ਖਾਲਸਾ ਐਂਡ ਬਲਵਿੰਦਰ ਸਿੰਘ ਜਟਾਣਾ ਕਮਾਂਡਰ ਫॉर ਬੱਬਰ ਖਾਲਸਾ, ਦੋਵਾਂ ਦਾ ਇੱਕ ਟ੍ਰੈਜਿਕ ਐਂਡ, ਇਹ ਰਿਪੋਰਟ 4 ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਅਗਲੀ ਰਿਪੋਰਟ ਦਾ ਇੰਤਜ਼ਾਰ ਕਰੋ। ਬਹੁਤ ਬਹੁਤ ਸ਼ੁਕਰੀਆ ਇਸ ਰਿਪੋਰਟ ਨੂੰ ਵੇਖਣ ਲਈ।